ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਅੱਜ ਦੀ ਇਸ ਵੀਡੀਓ ਦੇ ਵਿੱਚ ਚੱਲ ਰਹੀ 94 ਸ਼ਬਦਾਂ ਦੀ ਵਿਆਖਿਆ ਦੀ ਲੜੀ ਦੇ ਤਹਿਤ ਭੈਰੋ ਰਾਗ ਦੇ ਅੰਦਰ ਬਾਬਾ ਕਬੀਰ ਸਾਹਿਬ ਦਾ ਆਪਾਂ ਇੱਕ ਸ਼ਬਦ ਵਿਚਾਰਾਂਗੇ। ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਕੁਝ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ, ਲਾਜ਼ਮੀ ਨੇ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਨਾਲ ਕੁਝ ਕਹਾਣੀਆਂ, ਕੁਝ ਕੁ ਮਿੱਥ ਜੋੜ ਦਿੱਤੀ ਜਾਂਦੀ ਆ, ਕਿਉਂਕਿ ਜਦੋਂ ਗੁਰਬਾਣੀ ਦੇ ਸ਼ਬਦਾਂ ਦੀ ਸਮਝ ਸਾਨੂੰ ਗੁਰਬਾਣੀ ਦੇ ਵਿੱਚੋਂ ਨਹੀਂ ਆਉਂਦੀ ਤਾਂ ਅਸੀਂ ਹਮੇਸ਼ਾ ਹੀ ਕਹਾਣੀਆਂ ਦੇ ਨਾਲ ਸ਼ਬਦ ਨੂੰ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦੇ ਰਹੇ ਹਾਂ। ਪਰ ਗੁਰਬਾਣੀ ਦੀ ਵਿਆਖਿਆ ਖੁਦ ਗੁਰਬਾਣੀ ਕਰਦੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਗੁਰਬਾਣੀ ਦੇ ਵਿੱਚੋਂ ਹੀ ਗੁਰਬਾਣੀ ਦੀ ਵਿਆਖਿਆ ਹੁੰਦੀ ਹੈ। ਸੋ ਅੱਜ ਦੇ ਇਸ ਪਾਵਨ ਸ਼ਬਦ ਦੀ ਸਾਰੇ ਸ਼ਬਦ ਨੂੰ ਧਿਆਨ ਦੇ ਨਾਲ, ਗੌਰ ਦੇ ਨਾਲ ਸੁਣਿਓ। ਪੂਰਾ ਸ਼ਬਦ ਮੈਂ ਤੁਹਾਡੇ ਸਾਹਮਣੇ ਪੜ੍ਹਦੇ ਹਾਂ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਰਹਾਉ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹੇ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਣ ਹੈ ਰਘੁਨਾਥ। ਇਹ ਪੂਰਾ ਸ਼ਬਦ ਹੈ। ਸ਼ਬਦ ਦੇ ਆਪਾਂ ਰਹਾਉ ਵਾਲੇ ਬੰਦ ਨੂੰ ਪਹਿਲਾਂ ਵਿਚਾਰਦੇ ਹਾਂ। ਮਨ ਨਾ ਡਿਗੈ ਤਨ ਕਾਹੇ ਕਉ ਡਰਾਏ। ਬਾਬਾ ਕਬੀਰ ਸਾਹਿਬ ਨੇ ਰਹਾਉ ਦੇ ਬੰਦ ਦੇ ਵਿੱਚ ਕਿਹਾ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਅੱਖਰੀ ਅਰਥ, ਉਸ ਦਾ ਮਨ ਕਿਸੇ ਕਸ਼ਟ ਵੇਲੇ ਡੋਲਦਾ ਨਹੀਂ। ਉਸ ਦੇ ਸਰੀਰ ਨੂੰ ਕਸ਼ਟ ਦੇ ਦੇ ਕੇ ਡਰਾਉਣ ਤੋਂ ਕੋਈ ਲਾਭ ਨਹੀਂ ਹੋ ਸਕਦਾ। ਮਨ ਨਾ ਡਿਗੈ, ਡਿਗੈ ਦਾ ਮਤਲਬ ਹੈ ਡੋਲਣਾ। ਤਨ ਕਾਹੇ ਕੋ ਡਰਾਏ। ਬਾਬਾ ਕਬੀਰ ਸਾਹਿਬ ਕਹਿੰਦੇ, ਜੇ ਮਨ ਕਰਕੇ ਵਿਅਕਤੀ ਦ੍ਰਿੜ ਹੈ, ਪਰਪੱਕ ਹੈ, ਮਨ ਕਰਕੇ ਡੋਲਦਾ ਨਹੀਂ, ਤਾਂ ਤਨ ਕਰਕੇ ਜਿੰਨੇ ਮਰਜ਼ੀ ਕਸ਼ਟ ਦੇ ਲਓ, ਕਸ਼ਟ ਦੇਣ ਦਾ ਕੋਈ ਲਾਭ ਨਹੀਂ ਹੈ, ਕਿਉਂਕਿ ਉਹ ਮਨ ਕਰਕੇ ਪਰਪੱਕ ਹੈ, ਦ੍ਰਿੜਤਾ ਉਹਦੇ ਅੰਦਰ ਹੈਗੀ ਆ। ਹੁਣ ਮਨ ਨਾ ਡਿਗਿਆ ਦਾ ਮੀਨਿੰਗ ਕੀ ਹੈ? ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਅਨੇਕਾਂ ਥਾਵਾਂ ਦੇ ਉੱਤੇ ਜਦੋਂ ਵਿਆਖਿਆ ਸਾਡੇ ਸਾਹਮਣੇ ਰੱਖੀ ਤਾਂ ਉਹਨਾਂ ਨੇ ਮਨ ਦੀ ਗੱਲ ਕੀਤੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਹਿੰਦੇ ਮਨ ਦੇ ਨਾਲ ਬੰਦੇ ਦਾ ਸਭ ਤੋਂ ਵੱਧ ਵਾਹ ਪੈਂਦਾ। ਹੁਣ ਗੁਰਬਾਣੀ ਦੇ ਵਿੱਚ ਅਨੇਕਾਂ ਤਰ੍ਹਾਂ ਦੀ ਵਿਆਖਿਆ ਜਦੋਂ ਕੀਤੀ, ਮਨ ਨਾ ਡਿੱਗਿਆ, ਬੰਦੇ ਦਾ ਮਨ ਹੈ ਨਾ ਜਿਹੜਾ, ਉਹ ਡੋਲਦਾ ਹੈ, ਡਾਵਾਂ ਡੋਲ ਵਾਲੀ ਸਥਿਤੀ 'ਚ ਹੁੰਦਾ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ ਲੋਭੀ ਜੀੜਾ, ਥਿਰ ਨਾ ਰਹਿਤਾ ਹੈ ਚਾਰੇ ਕੁੰਡਾਂ ਭਾਲੇ। ਮਨ ਡੋਲਦਾ ਰਹਿੰਦਾ, ਕਿਤੇ ਉੱਤੇ ਨੂੰ ਕਿਤੇ ਥੱਲੇ ਨੂੰ, ਇੱਦਾਂ ਦੀ ਹਾਲਤ ਮਨ ਦੀ ਡਾਵਾਂ ਡੋਲ ਹਾਲਤ ਬਣੀ ਰਹਿੰਦੀ ਹੈ। ਪਰ ਇੱਥੇ ਬਾਬਾ ਕਬੀਰ ਸਾਹਿਬ ਕਹਿੰਦੇ, ਮਨ ਪਰਪੱਕ ਹੋ ਗਿਆ ਨਾ ਜਦੋਂ ਤੇਰਾ, ਆ ਵਿਕਾਰਾਂ ਵਾਲੇ ਪਾਸੇ ਭੱਜਣੋਂ ਰੁਕ ਗਿਆ। ਜਬ ਗੁਰ ਮਿਲਿਆ ਤਬ ਮਨ ਵਸ ਆਇਆ। ਜਦੋਂ ਮਨ ਵਸ ਦੇ ਵਿੱਚ ਆ ਗਿਆ, ਵਸ ਦੇ ਵਿੱਚ ਆਉਣ ਦਾ ਮਤਲਬ ਕੀ ਹੈ? ਹੁਣ ਮਨ ਵਿਕਾਰਾਂ ਵਾਲੇ ਪਾਸੇ ਨਹੀਂ ਭੱਜਦਾ, ਕਰਮ ਕਾਂਡਾਂ ਵਾਲੇ ਪਾਸੇ ਨਹੀਂ ਭੱਜਦਾ, ਬੇਈਮਾਨੀ ਠੱਗੀ ਵਾਲੇ ਪਾਸੇ ਨਹੀਂ ਭੱਜਦਾ। ਹੁਣ ਮਨ ਗੁਰ ਕਾ ਸ਼ਬਦ ਬਣਾਵੋ। ਇਹ ਮਨ ਗੁਰੂ ਦੇ ਸ਼ਬਦ ਦੁਆਰਾ ਇਹ ਮਨ ਹੈ ਜਿਹੜਾ, ਇਹ ਬਣ ਗਿਆ, ਇਹਦੀ ਸੋਹਣੀ ਘਾੜਤ ਬਣ ਗਈ ਹੈ। ਇਹ ਮਨ ਦੀ, ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ। ਜਦੋਂ ਮਨ ਗੁਰੂ ਦੇ ਸ਼ਬਦ ਦੁਆਰਾ ਬਣ ਜਾਂਦਾ ਤਾਂ ਫਿਰ ਤਨ ਵੀ ਗੁਰੂ ਦੇ ਸ਼ਬਦ ਦੁਆਰਾ ਬਣਨਾ ਸ਼ੁਰੂ ਹੋ ਜਾਂਦਾ, ਕਿਉਂਕਿ ਮਨ ਦੇ ਉੱਤੇ ਤਨ ਡਿਪੈਂਡ ਹੈ ਨਾ। ਜੇ ਮਨ ਦੇ ਵਿੱਚ ਆਪਣੇ ਮਨ ਕਹਿ ਲਓ, ਵਿਚਾਰ ਕਹਿ ਲਓ, ਵਿਚਾਰਾਂ ਦਾ ਸਮੂਹ ਮਨ, ਜੇ ਆਪਣੇ ਵਿਚਾਰ ਚੰਗੇ ਨਹੀਂ ਤਾਂ ਆਪਣਾ ਤਨ ਵੀ ਚੰਗਾ ਨਹੀਂ। ਜੇ ਸਾਡੇ ਵਿਚਾਰ ਚੰਗੇ ਨੇ, ਸਾਡਾ ਮਨ ਚੰਗਾ, ਤਾਂ ਸਾਡਾ ਤਨ ਵੀ ਚੰਗਾ।
ਜੇ ਮਨ ਦੇ ਵਿੱਚ ਭੈੜੇ ਖਿਆਲ ਆਉਂਦੇ ਆ, ਚੋਰੀ ਕਰਨ ਦਾ ਖਿਆਲ ਮਨ ਦੇ ਵਿੱਚ ਆਇਆ, ਮਨ ਡੋਲਦਾ ਹੈ। ਚੋਰੀ ਕਰਨ ਦਾ ਖਿਆਲ ਆਇਆ ਤਾਂ ਤਨ ਨੇ ਚੋਰੀ ਕਰ ਲਈ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੁਝ ਤੇ ਕਹਾਂ ਛਪਾਵੈ। ਚੋਰ ਕੀ ਹਾਮਾ ਭਰੇ ਨਾ ਕੋਈ। ਗੁਰਬਾਣੀ ਦੇ ਮੁਤਾਬਕ ਇਹ ਉਲਟ ਹੈ, ਪਰ ਮਨ ਪਰਪੱਕ ਹੋਣਾ ਜ਼ਰੂਰੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਮਨ ਨਾ ਡਿੱਗੈ। ਜੇ ਮਨ ਤੇਰਾ ਪਰਪੱਕ ਹੈ, ਡੋਲਦਾ ਨਹੀਂ, ਤਨ ਕਾਹੇ ਕੋ ਡਰਾਏ, ਤਾਂ ਮਨ ਦੇ ਪਿੱਛੇ ਤਨ ਨੇ ਚੱਲਣਾ। ਜੇ ਮਨ ਚੰਗਾ ਹੈ, ਜੇ ਸਾਡੇ ਵਿਚਾਰ ਚੰਗੇ ਨੇ ਤਾਂ ਸਾਡਾ ਸਰੀਰ ਵੀ ਚੰਗਾ ਹੈ। ਸਾਡੇ ਸਰੀਰ ਨੇ ਜਿਹੜੀ ਆਪਾਂ ਕਹਿ ਲਈਏ ਕੋਈ ਵੀ ਪ੍ਰਤੀਕਿਰਿਆ ਕਰਨੀ ਆ ਉਹ ਚੰਗੀ ਉਹ ਕਰਨੀ ਹੈ। ਹੱਥਾਂ ਦੇ ਨਾਲ ਚੰਗਾ ਕੰਮ ਕਰੇਗਾ, ਅੱਖਾਂ ਦੇ ਨਾਲ ਚੰਗਾ ਵੇਖੇਗਾ। ਜੇ ਮਨ ਗਲਤ ਹੈ, ਵਿਚਾਰ ਗਲਤ ਨੇ, ਤਾਂ ਅੱਖਾਂ ਦੇ ਨਾਲ ਆਪਾਂ ਪਰਾਇਆ ਰੂਪ ਵੇਖਾਂਗੇ, ਕੰਨਾਂ ਦੇ ਨਾਲ ਨਿੰਦਿਆ ਸੁਣਾਂਗੇ। ਇਸ ਲਈ ਬਾਬਾ ਕਬੀਰ ਸਾਹਿਬ ਕਹਿੰਦੇ ਮਨ ਨਾ ਡਿੱਗੈ, ਤਨ ਕਾਹੇ ਕੋ ਡਰਾਏ। ਕਹਿੰਦੇ ਜਦੋਂ ਮਨ ਨਹੀਂ ਨਾ ਡੋਲਦਾ, ਮਨ ਪਰਪੱਕ ਹੈ, ਤਨ ਕਾਹੇ ਕੋ ਡਰਾਏ, ਫਿਰ ਇਹ ਤਨ ਵੀ ਹਮੇਸ਼ਾ ਪਰਪੱਕ ਰਹੇਗਾ। ਹੱਥਾਂ ਦੇ ਨਾਲ ਸਹੀ ਕੰਮ ਕਰੇਗਾ, ਕੰਨਾਂ ਦੇ ਨਾਲ ਸਹੀ ਸੁਣੇਗਾ, ਅੱਖਾਂ ਦੇ ਨਾਲ ਸਹੀ ਵੇਖੇਗਾ। ਕਿਉਂਕਿ ਗੁਰ ਕਾ ਸ਼ਬਦ ਬਣਾਵੋ ਇਹ ਮਨ, ਮਨ ਗੁਰੂ ਦੇ ਸ਼ਬਦ ਦੁਆਰਾ ਬਣਾ ਲਿਆ ਤਾਂ ਤਨ ਵੀ ਗੁਰੂ ਦੇ ਸ਼ਬਦ ਦੁਆਰਾ ਹੀ ਬਣ ਜਾਏਗਾ। ਜਿਹਨੂੰ ਗੁਰਬਾਣੀ ਦੇ ਵਿੱਚ ਲਿਖਿਆ ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੇ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਗੁਰੂ ਦੀ ਚਾਲ ਚੱਲਣੀ ਸ਼ੁਰੂ ਕਰ ਦੇਗਾ ਇਹ ਤਨ ਵੀ। ਚਰਨ ਕਮਲ ਚਿਤ ਰਹਿਓ ਸਮਾਏ ਰਹਾਓ। ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਕਮਲਾਂ ਵਿੱਚ ਲੀਨ ਰਹੇ। ਹੁਣ ਚਰਨ ਕਮਲ ਕੀ ਆ? ਗੁਰੂ ਦੇ ਚਰਨ ਕਮਲ ਕੀ ਹੈ? ਪ੍ਰਭੂ ਦੇ ਗੁਰੂ ਇੱਕੋ ਹੀ ਹੈ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਜਿਸ ਤਰ੍ਹਾਂ ਸਿੱਖ ਤੇ ਗੁਰੂ ਇੱਕੋ ਹੀ ਨੇ, ਉਸੇ ਤਰ੍ਹਾਂ ਪਰਮੇਸ਼ਰ ਤੇ ਗੁਰੂ ਵੀ ਇੱਕੋ ਹੀ ਨੇ। ਚਰਨ ਕਮਲ ਚਿੱਤ ਰਹਿਓ ਸਮਾਏ। ਕਹਿੰਦੇ ਫਿਰ ਮਨੁੱਖ ਦਾ ਜਿਹੜਾ ਮਨ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ ਲੀਨ ਰਹਿੰਦਾ। ਕਮਲ ਸ਼ਬਦ ਕਿਉਂ ਵਰਤਿਆ? ਗੁਰਬਾਣੀ ਦੇ ਵਿੱਚ ਪਾਤਸ਼ਾਹ ਨੇ ਲਿਖਿਆ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਨਿਸ਼ਾਨੈ। ਕਹਿੰਦੇ ਜਿਵੇਂ ਕੌਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਪਰ ਆਪਣੀਆਂ ਪੰਖੜੀਆਂ ਨੂੰ ਚਿੱਕੜ ਨਹੀਂ ਨਾ ਲੱਗਣ ਦਿੰਦਾ, ਇਸੇ ਤਰ੍ਹਾਂ ਤੇਰਾ ਮਨ ਜਿਹੜਾ ਹੁਣ ਡੋਲਣੋਂ ਹਟ ਗਿਆ, ਮਨ ਨਾ ਡਿੱਗਿਆ, ਤਨ ਕਾਹੇ ਕੋ ਡਰਾਏ। ਹੁਣ ਤਨ ਵੀ ਨਹੀਂ ਡੋਲਦਾ, ਮਨ ਵੀ ਨਹੀਂ ਡੋਲਦਾ। ਚਰਨ ਕਮਲ ਚਿੱਤ ਰਹਿਓ ਸਮਾਏ। ਇਹ ਚਿੱਤ ਹੈ ਜਿਹੜਾ ਮਨ ਹੈ ਨਾ, ਹੁਣ ਡੋਲਦਾ ਨਹੀਂ, ਇਹ ਚਰਨਾਂ ਕਮਲਾਂ ਦੇ ਵਿੱਚ ਸਮਾਇਆ ਹੋਇਆ। ਚਰਨ ਕਮਲ ਕੀ ਨੇ? ਗੁਰੂ ਦਾ ਚਰਨ ਕੀ ਹੈ? ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਗੁਰਬਾਣੀ ਸੱਚਾ ਗਿਆਨ ਹੀ ਚਰਨ ਹੈ। ਸੱਚੇ ਗਿਆਨ ਦੇ ਨਾਲ ਹੁਣੇ ਮਨ ਜੁੜ ਗਿਆ, ਇਹ ਤਾਂ ਚਰਨ ਕਮਲਾਂ ਦੇ ਵਿੱਚ ਸਮਾ ਹੀ ਰਹਿੰਦਾ। ਸੱਚੇ ਗਿਆਨ ਦੇ ਨਾਲ ਇਹਨੇ ਆਪਣਾ ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗਾ ਦੁੱਖ, ਚੱਜ ਸਿੱਖ ਲਿਆ। ਇਹ ਸੀ ਰਹਾਉ ਦੇ ਬੰਦ ਦੀ ਵਿਆਖਿਆ। ਹੁਣ ਪਹਿਲੇ ਬੰਦ ਦੀ ਵਿਆਖਿਆ ਆਪਾਂ ਕਰਦੇ ਹਾਂ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਇੱਕ ਗੱਲ ਮੈਂ ਇੱਥੇ ਕਹਿ ਦਿਆਂ, ਇਸ ਸ਼ਬਦ ਦੇ ਨਾਲ ਕਹਾਣੀ ਇੱਕ ਜੁੜੀ ਹੋਈ ਆ, ਜਿਹਦੀ ਆਪਾਂ ਆਖਰੀ ਵਿਆਖਿਆ ਇਹਦੇ ਵਿੱਚ ਜਦੋਂ ਵੇਖਾਂਗੇ ਨਾ, ਉਦੋਂ ਉਹ ਗੱਲ ਉਹਨਾਂ ਨੇ ਸਾਹਮਣੇ ਸਿੱਧ ਕਰਦਿਆਂ ਹੋਇਆਂ ਉਹ ਦਰਜ ਕੀਤੀ ਹੈ ਵੀ ਭਾਈ ਬਾਬਾ ਕਬੀਰ ਸਾਹਿਬ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਡੋਬਣ ਦੇ ਲਈ ਲੈ ਗਏ ਗੰਗਾ ਦੇ ਵਿੱਚ, ਪਰ ਉਹ ਡੁੱਬੇ ਨਹੀਂ। ਜਾਨੋਂ ਮਾਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਕਬੀਰ ਸਾਹਿਬ ਵਰਗੇ ਯੋਧਿਆਂ 'ਤੇ ਹਮਲੇ ਹੁੰਦੇ ਰਹੇ ਆ, ਪਰ ਇਹ ਸ਼ਬਦ ਦੇ ਨਾਲ ਕਹਾਣੀ ਦਾ ਕੋਈ ਤਾਲੁਕਾਤ ਨਹੀਂ। ਸ਼ਬਦ ਦੀ ਵਿਆਖਿਆ ਆਪਾਂ ਸ਼ਬਦ ਦੇ ਵਿੱਚੋਂ ਹੀ ਸਮਝਦੇ ਹਾਂ ਗੌਰ ਦੇ ਨਾਲ। ਪਹਿਲਾ ਸ਼ਬਦ ਵਰਤਿਆ ਗੰਗ ਗੁਸਾਇਨ ਗਹਿਰ ਗੰਭੀਰ। ਗੰਗ ਦਾ ਮਤਲਬ ਹੈ ਗੰਗਾ, ਗੁਸਾਇਨ ਜਿਵੇਂ ਆਪਾਂ ਗੁਸਾਈ ਸ਼ਬਦ ਵਰਤਦੇ ਹਾਂ ਨਾ, ਮਾਲਕ। ਗੁਸਾਇਨ ਇਸਤਰੀ ਲਿੰਗ ਸ਼ਬਦ ਹੈ, ਇਸਤਰੀਵਾਚਕ ਹੈ। ਉਹ ਕਹਿੰਦੇ ਡੂੰਗੀ ਗਹਿਰ ਗੰਭੀਰ ਗੰਗਾ ਮਾਤਾ ਵਿੱਚ ਡੋਬਣ ਲਈ ਲੈ ਗਏ, ਉਹਨਾਂ ਨੇ ਇੱਦਾਂ ਲਿਖਿਆ। ਪਰ ਇਹਦਾ ਮਤਲਬ ਕੀ ਹੈ ਜੀ? ਗੰਗ ਗੁਸਾਇਨ ਗਹਿਰ ਗੰਭੀਰ, ਗੰਗ ਦਾ ਮਤਲਬ ਹੈ ਗੰਗਾ। ਹੁਣ ਗੁਰੂ ਸਾਹਿਬ ਨੇ ਉਸ ਗੰਗਾ ਦੇ ਨਾਲ ਤਾਂ ਸਿੱਖਾਂ ਨੂੰ ਜੋੜਿਆ ਨਹੀਂ। ਹਿੰਦੂ ਮਤ ਦੇ ਵਿੱਚ ਜਿਹੜੀ ਗੰਗਾ ਨੂੰ ਵਿਸ਼ੇਸ਼ ਮੰਨਿਆ ਗਿਆ, ਉਹਦੇ ਨਾਲ ਤਾਂ ਸਾਨੂੰ ਜੋੜਿਆ ਨਹੀਂ। ਪਰ ਸਾਨੂੰ ਗੁਰੂ ਸਾਹਿਬ ਨੇ ਕੀ ਕਿਹਾ? ਮੂੰਡ ਮੁੰਡਾ ਐ ਜੇ ਗੁਰ ਪਾਈਐ, ਹਮ ਗੁਰ ਕੀਨੀ ਗੰਗਾ ਤਾ।
ਗੁਰੂ ਨਾਨਕ ਸਾਹਿਬ ਕਹਿੰਦੇ ਮੁੰਡਨ ਕੀਤਾ ਜਾਂਦਾ ਸੀ, ਲਿਜਾ ਕੇ ਕਿਸੇ ਗੰਗਾ ਦੇ ਉੱਤੇ ਲਿਜਾ ਕੇ ਮੁੰਡਨ ਕੀਤਾ ਜਾਂਦਾ ਸੀ, ਤੇ ਫਿਰ ਉੱਥੇ ਬ੍ਰਾਹਮਣ ਨੂੰ ਗੁਰੂ ਧਾਰਨ ਕੀਤਾ ਜਾਂਦਾ ਸੀ। ਮੁੰਡ ਮੁੰਡਾਇਆ ਜੇ ਗੁਰ ਪਾਈਏ, ਪਰ ਕਹਿੰਦੇ ਹਮ ਗੁਰ ਕੀਨੀ ਗੰਗਾਤਾ, ਅਸੀਂ ਤਾਂ ਗੁਰੂ ਨੂੰ ਹੀ ਗੰਗਾ ਮੰਨ ਲਿਆ। ਸਾਡੇ ਵਾਸਤੇ ਗੰਗਾ ਕੀ ਹੈ? ਗੁਰਬਾਣੀ, ਸਾਡਾ ਗੁਰੂ, ਗਿਆਨ। ਇੱਥੇ ਗਿਆਨ ਰੂਪੀ ਗੰਗਾ ਦੀ ਗੱਲ ਹੋ ਰਹੀ ਹੈ। ਕਹਿੰਦੇ ਗੰਗ ਗੁਸਾਇਣ ਗਹਿਰ ਗੰਭੀਰ, ਗਹਿਰ ਗੰਭੀਰ ਦਾ ਮਤਲਬ ਡੂੰਘੀ। ਬਾਬਾ ਕਬੀਰ ਸਾਹਿਬ ਕਹਿੰਦੇ ਗੁਰੂ ਦੀ ਗਿਆਨ ਰੂਪੀ ਗੰਗਾ ਬਹੁਤ ਗਹਿਰੀ ਹੈ, ਬਹੁਤ ਡੂੰਘੀ ਹੈ। ਗੁਰੂ ਦੀ ਗਿਆਨ ਰੂਪੀ ਗੰਗਾ ਬਹੁਤ ਜ਼ਿਆਦਾ ਡੂੰਘੀ ਹੈ, ਗਹਿਰ ਗੰਭੀਰ, ਬਹੁਤ ਡੂੰਘੀ ਹੈ ਗੁਰੂ ਦੀ ਗਿਆਨ ਰੂਪੀ ਗੰਗਾ। ਅੱਗੇ ਕੀ ਲਿਖਿਆ? ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਬਾਬਾ ਕਬੀਰ ਸਾਹਿਬ ਜੰਜੀਰ ਬੰਨ ਕੇ ਖੜੇ ਹੋਏ ਆ। ਹੁਣ ਜਿਹੜੀ ਆਪਾਂ ਗੰਗਾ ਦੀ ਗੱਲ ਕੀਤੀ, ਉੱਥੇ ਇੱਕ ਪ੍ਰਮਾਣ ਮੈਂ ਪੜ੍ਹਿਆ, ਅੱਗੇ ਹੋਰ ਪ੍ਰਮਾਣ ਲੈ ਲਈਏ। ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਹਾਵੈ। ਇੱਥੇ ਵੀ ਗੰਗਾ ਲਿਖਿਆ ਗਿਆਨ ਨੂੰ, ਗਿਆਨ ਰੂਪੀ ਗੰਗਾ ਦੇ ਵਿੱਚ ਕਹਿੰਦੇ ਸਾਰੀ ਸਿੱਖ ਸੰਗਤ ਇਸ਼ਨਾਨ ਕਰ ਰਹੀ ਹੈ। ਗੰਗ ਬਨਾਰਸ ਸਿਫਤ ਤੁਮਾਰੀ ਨਹਾਵੈ ਆਤਮ ਰਾਓ। ਗੰਗ ਬਨਾਰਸ ਸਿਫਤ ਤੁਮਾਰੀ, ਤੇਰੀ ਸਿਫਤ ਸਲਾਹੀ ਸਾਡੇ ਵਾਸਤੇ ਗੰਗਾ ਹੈ। ਇੱਥੋਂ ਹੀ ਗੱਲ ਕਲੀਅਰ ਹੋ ਗਈ, ਤਿੰਨ ਪ੍ਰਮਾਣ ਆਪਾਂ ਲੈ ਲਏ। ਅੱਗੇ ਉਹਨਾਂ ਨੇ ਕਿਹਾ ਜੰਜੀਰ ਬਾਂਧ ਕਰ ਖਰੇ ਕਬੀਰ। ਹੁਣ ਇੱਥੇ ਕਿਹੜੀ ਜੰਜੀਰ ਦੀ ਗੱਲ ਹੋ ਰਹੀ ਹੈ? ਉੱਤੇ ਪਹਿਲੀ ਪੰਕਤੀ ਦੀ ਵਿਆਖਿਆ ਹੋ ਗਈ, ਗੰਗ ਗੁਸਾਇਨ ਗਹਿਰ ਗੰਭੀਰ। ਗਿਆਨ ਰੂਪੀ ਗੰਗਾ ਉਸ ਅਕਾਲ ਪੁਰਖ ਵਾਹਿਗੁਰੂ ਦੀ, ਗੁਰੂ ਦੀ ਬਹੁਤ ਗਹਿਰੀ ਹੈ, ਬਹੁਤ ਡੂੰਘੀ ਹੈ। ਹੁਣ ਇੱਥੇ ਜੰਜੀਰ ਬਾਂਧ ਕਰ ਖਰੇ ਕਬੀਰ, ਕਿਹੜੀ ਜੰਜੀਰ ਦੇ ਵਿੱਚ ਬੱਝੇ ਹੋਏ ਆ? कबीर कुकर राम को मुतिया मेरो नाऊ, गले हमारे जेवरी जै खिंचै तह जाऊं। इत्थे गल हो रही आ प्रेम रूपी जंजीर दी, हुक्म रूपी जंजीर दी। कबीर कुकर राम को कहते असी कुत्ते हाँ उस अकाल पुरख वाहिगुरू दे। मोतिया मेरो नाम, मोती साडा नाम है। गले हमारे जेवरी, पर साडे गले दे विच हुक्म रूपी जेवरी पाई हुई है। जै खिंचै तह जाऊं, जिधर वो हुक्म रूपी जेवरी खिंचदी है असी उधर ही जाने आ, उही काम करते हैं। होर प्रमाण ले लीए। प्रेम की जेवरी बांध्यो तेरो जान, कह रविदास छूटे गो कवन गुण। कहने आ जिहड़ी प्रेम रूपी जेवरी है ना, इहदे विच बन्ने होए आ बाबा कबीर साहब जंजीर दे विच। जंजीर बांध कर। हुण जंजीर बन्नण दा मतलब की आ? जंजीर कित्थे बन्नी हुई आ? प्रेम रूपी जेवरी, हुक्म रूपी जेवरी, हुक्म रूपी जंजीर, प्रेम रूपी जंजीर कह लो, ज्ञान रूपी जंजीर कह लो। उहदे विच मन है जिन्ना जिहड़ा वो बन्निया होया। मन हुण वस दे विच है, जब गुर मिलिया तब मन वस आया, क्योंकि रहाऊ दा बंद नाल रखना पऊ। मन तन काहे को डराए, मन डोलदा नहीं। ਹੁਣ ਇੱਥੇ ਜੰਜੀਰ ਦੇ ਵਿੱਚ ਬੱਝਿਆ ਹੋਇਆ ਉਹ ਹੁਕਮ ਰੂਪੀ ਜੰਜੀਰ ਦੇ ਵਿੱਚ, ਹੁਕਮ ਤੋਂ ਬਾਹਰ ਹੀ ਨਹੀਂ। ਜੇ ਹੁਕਮ ਤੋਂ ਬਾਹਰ ਹੀ ਹੋ ਗਿਆ ਫਿਰ ਤਾਂ ਉਹਨੂੰ ਆਕੀ ਮੰਨਿਆ ਜਾਊਗਾ, ਪਰ ਹੁਕਮ ਤੋਂ ਬਾਹਰ ਹੀ ਨਹੀਂ, ਹੁਕਮ ਦੇ ਵਿੱਚ ਹੀ ਹੈ। ਆ ਹੁਕਮ ਰੂਪੀ ਜੰਜੀਰ ਦੇ ਨਾਲ ਬੰਨਿਆ ਹੋਇਆ ਹੈ, ਮਨ ਬੰਨਿਆ ਹੋਇਆ। ਬਾਬਾ ਕਬੀਰ ਸਾਹਿਬ ਕਹਿੰਦੇ ਜੰਜੀਰ ਬਾਂਧ ਕਰ ਖਰੇ ਕਬੀਰ। ਬਾਬਾ ਕਬੀਰ ਸਾਹਿਬ ਖੜੇ ਆ। ਖੜਨ ਦਾ ਮਤਲਬ ਕੀ ਆ? ਵਿਕਾਰਾਂ ਦੇ ਖਾਰੇ ਸਮੁੰਦਰ ਦੇ ਵਿੱਚੋਂ ਨਿਕਲ ਕੇ ਖੜੇ ਆ। जंजीर बांध कर खरे कबीर। खरे कबीर का मतलब है कि हुण वो खड़ गए है। जिवें आपां कहने ना भी किसी नौजवान ने पढ़ाई बहुत ज़्यादा की, पढ़ाई करन तो बाद पोस्टां भरदा रहा, कोई नौकरी नहीं मिली, बहुत धक्के खाधे, पर हुण उहनूं नौकरी मिल गई, हुण वो पैरां ते खड़ गया, हुण वो टिक गया। इस तरह ये मन है ना जिहड़ा, ये टिक गया, टिका दे विच आ गया। जंजीर बांध कर खरे कबीर, प्रेम रूपी हुक्म रूपी जंजीर दे विच ये मन बन्निया गया, विकारां वल नहीं जांदा। खरे कबीर खड़ गया, टिक गया। अगले दूजे बंद दे विच कहंदे आ गंगा की लहर तेरी टुटी जंजीर, मृगशाला पर बैठे कबीर। गंगा की लहर, हुण पिछे आपां गल कीती है गंगा की है जी साडे लई? ज्ञान रूपी गंगा, नाम रूपी गंगा, हुक्म रूपी गंगा, गुणा रूपी गंगा, गुरु रूपी गंगा कह लो। पिछे आपां तीन प्रमाण ले लए। गंगा की लहर, हुण लहर की है इत्थे? बाबा कबीर जी का आपां बोल पढ़ते हैं, कबीर डूबा
था पै उबरियो गुण की लहर चबक, जब देखियो बेड़ा जर्जरा तब उतर परियो फरक। बाबा कबीर साहब जी कहते असी डुब रहे सी, कबीर डूबा था, पै उबरियो पर हुण बाहर निकल आए हैं। कित्थे डुब रहे सी? विकारां दे विच, कर्म कांडां दे विच, औगणां दे विच। पै उबरियो पर हुण बाहर निकल आए। किवें बाहर निकले? गुण की लहर झबक, गुणां दी लहर सी ना जिहड़ी, गुणां दी लहर आउण दे कारण असीं खारे समुंदर दे विचों बाहर निकल आए, पहलां डुब रहे सी। जब देखियो बेड़ा जर्जरा तब उतर परियो फरक, असीं उसे पल बाहर उतर आए, बाहर निकल गए। हुण इत्थे गंगा की लहर मेरी टुट्टी जंजीर, गंगा की लहर का मतलब की है? गुण की लहर झबक, ज्ञान रूपी गंगा दी लहर दे नाल मेरी टुट्टी जंजीर। उपर तो आपां जंजीर का मतलब किया सी हुक्म रूपी जंजीर, ज्ञान रूपी जंजीर, प्रेम रूपी जंजीर, पर इत्थे जंजीर किहड़ी है? नानक अवगुण जे तड़े तेते गली जंजीर। औगणां दीयां जंजीरां जिहड़ियां कर्म कांडां दीयां जंजीरां बंदे दे गल च पईयां होईयां ने। भेद की पुत्री सिमरत भाई संकल जेवरी लै है आई। आ जिहड़े संगल पए ने कर्म कांडां दे, जात पात दे, औगणां दे गल दे विच बंदे दे, ये जिहड़ियां जंजीरां पईयां होईयां ने, इन्हां कर्म कांडां रूपी जंजीरां नूं, अवगणा रूपी जंजीरां नूं गंगा की लहर, गुरु दे ज्ञान रूपी गंगा दी लहर ने, ज्ञान रूपी गंगा दी लहर ने आ जंजीरां नूं तोड़ दिता। किहड़ियां जंजीरां नूं? कबीर जग बांधियो जे जेवरी तेह मत बंधो कबीर। आ जिन्हां दे विच लोक जग है जिहड़ा वो सारा बंधिया होया इन्हां जंजीरां च, कर्म कांड करी जांदे आ, सारे कर्म कांड निभा रहे हैं, देवी देवतियां की पूजा कर रहे हैं, होर अनेका तरह का वहम भरम इस सिर दे उत्ते भार चुकी फिरदे आ। जैह आटा लोन ज्यों सोन समान शरीर, ये शरीर सोने समान है, किते इहनूं इदां ना गवा लई जिवें आटे दे विच लूण हुंदा, भाव कि सस्ते भाव ना गवा लई तूं। हुण ये गल क्लीयर होगी, गंगा की लहर मेरी टुट्टी जंजीर, अवगणा रूपी जंजीरां टुट गईयां ज्ञान रूपी गंगा की लहर दे नाल। मृगशाला पर बैठे कबीर, हुण होया कि जदों सब कर्म कांडां दी जंजीरां टुट गईयां, मन टिका दे विच आ गया, गुरु द्वारा मन बन गया, गुर का शब्द बनावो ये मन, मन ना डिगा तन काहे को डराए। जदों ये अवस्था होगी फिर की हो गया? मृगशाला पर बैठे कबीर। मृगशाला का मतलब है हर, जिवें पुराने जिहड़े ऋषि मुनि हुंदे सी ना, वो जिहड़े कहंदे आ भी वो भगती करदे सी, गुरबाणी ने वैसे वो भगती मन्नी नहीं, भगती करते सी तां उन्हां ने भगती करन वेले वो खल थल्ले रखते सी किसी पशु, पशु की मतलब जां शेर की खल तुसीं वेखी होनी तस्वीरां पुराणियां, ते इत्थे गल कीती है भी हरन की खल क्यों रखी जाती सी, वो पढ़िया भी इस करके रखी जाती सी भी कोई कीड़ा मकौड़ा कोले नहीं सी आउंदा जिद्दां गल आउंदी सी, पर इन्हां दा मनना कुछ होर सी, उहदे उत्ते बह के किते कोई ज़्यादा सिमरन हुंदा, भगती हुंदी है इदां। पर इत्थे गल कीती मृगशाला पर बैठे कबीर। इत्थे मृगशाला का मतलब की है? मृगशाला का मतलब इत्थे है सहज अवस्था। गुरबाणी दे विचों पढ़ो, बिन बूझे पशु की न्याई, भ्रम मोह व्याप्यो माया, साध संग जम जेवरी काटी। जदों साध संग दे विच गुणां दे नाल जमां दी जेवरी कट्टी गई, गुणां दी कट्टी गई, नानक सहज समाया, हुण सहज अवस्था दे विच टिक गया। किहड़ी अवस्था? सहज अवस्था। राजगुण तमगुण सतगुण कही है, ये तेरी सब चौथे पद को जो नर चीनै तिन ही परम पद पाया। अब तो जाए चढ़े संघासन मिलै है सारंग पानी, राम कबीरा एक भय है कोई ना सका पछानी। वो अवस्था मृगशाला पर बैठे कबीर। बाबा कबीर साहब जी कहते हुण सहज अवस्था दे विच टिक गए हैं। सहज अवस्था क्योंकि हुण डावाडोल स्थिति है नहीं, डींगण डोला तौल जो मन के भरम, मन के भरम करके डींगण डोले वाली पहला स्थिति रहिंदी सी, हालत रहिंदी सी, कंडीशन रहिंदी सी, पर हुण वो नहीं है। मृगशाला पर बैठे कबीर, मृगशाला पर बैठे कबीर का मतलब है हुण सहज अवस्था दे विच वास हो गया, टिक गया मन, सहज अवस्था दे विच आ गया। मृगशाला का मतलब है सहज अवस्था।
ਕਹੇ ਕੰਬੀਰ ਕੋ ਸੰਗ ਨਾ ਸਾਥ। ਕਬੀਰ ਜੀ ਆਖਦੇ ਹਨ ਕੋ ਸੰਗ ਨਾ ਸਾਥ, ਤੁਹਾਡੇ ਮਿੱਥੇ ਹੋਏ ਕਰਮਕਾਂਡ ਜਾਂ ਤੀਰਥ ਇਸ਼ਨਾਨ ਕੋਈ ਵੀ ਸੰਗੀ ਨਹੀਂ ਬਣ ਸਕਦੇ, ਕੋਈ ਵੀ ਸਾਥੀ ਨਹੀਂ ਹੋ ਸਕਦੇ। ਹੁਣ ਇੱਥੇ ਇਹਦਾ ਮਤਲਬ ਵੀ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਕਹੇ ਕੰਬੀਰ ਕੋ ਸੰਗ ਨਾ ਸਾਥ, ਆ ਜਿਹੜੇ ਕਰਮਕਾਂਡ ਸੀ ਨਾ, ਜਿਹੜੇ ਔਗਣ ਸੀ, ਜਿਹੜੀਆਂ ਬੁਰਾਈਆਂ ਸੀ, ਵਿਕਾਰੀ ਜੀਵਨ ਸੀ, ਇਹਨਾਂ ਦੇ ਨਾਲ ਹੁਣ ਕੋਈ ਸੰਗ ਸਾਥ ਨਹੀਂ ਹੈਗਾ। ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੈ ਕੋਏ। ਹੁਣ ਉੱਥੇ ਵੀ ਉਹੀ ਗੱਲ ਕੀਤੀ ਹੈ ਵੀ ਸਾਧੂ ਨੂੰ ਮਿਲਣ ਵਾਸਤੇ, ਸਾਧੂ ਕੀ ਹੈ? ਗੁਰੂ ਹੈ, ਗੁਰਬਾਣੀ ਹੈ। ਉਹਨੂੰ ਮਿਲਣ ਕਿਹਨੇ ਜਾਣਾ? ਸਰੀਰ ਨੇ ਥੋੜ੍ਹਾ ਜਾਣਾ, ਮਨ ਨੇ ਜਾਣਾ। ਤਾਂ ਹੁਣ ਮਨ ਦੇ ਵਿੱਚ ਕਹਿੰਦੇ ਜੇ ਤੇਰੇ ਵਿਕਾਰ ਹੋਣਗੇ, ਕਰਮਕਾਂਡ ਹੋਣਗੇ, ਵਹਿਮ ਭਰਮ ਹੋਏਗਾ, ਤਾਂ ਤੂੰ ਸਾਧੂ ਗੁਰੂ ਨੂੰ ਨਹੀਂ ਮਿਲ ਸਕਦਾ ਮਨ ਕਰਕੇ। ਕਿਉਂ? ਕਿਉਂਕਿ ਇੱਕ ਹੀ ਚੀਜ਼ ਟਿਕੂਗੀ ਨਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇਕ ਠਾਈ। ਇੱਕ ਚੀਜ਼ ਰਹੂਗੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਹੁਣ ਇਸੇ ਤਰ੍ਹਾਂ ਉਹ ਕਹਿੰਦੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ। ਇਹਦਾ ਮਤਲਬ ਇਹ ਨਹੀਂ ਵੀ ਕਿਸੇ ਨੂੰ ਨਾਲ ਨਾ ਲੈ ਕੇ ਜਾਓ ਗੁਰੂ ਨੂੰ ਮਿਲਣ, ਨਹੀਂ। ਉੱਥੇ ਮਨ ਦੀ ਗੱਲ ਹੋ ਰਹੀ ਹੈ, ਜੀਵਨ ਦੀ ਗੱਲ ਹੋ ਰਹੀ ਹੈ। ਜਦੋਂ ਮਨ ਕਰਕੇ ਤੂੰ ਗੁਰਬਾਣੀ ਰੂਪੀ ਗੁਰੂ ਨੂੰ ਮਿਲੇਗਾ, ਭਾਵ ਗੁਰਬਾਣੀ ਨੂੰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਵੇਲੇ ਕੋਈ ਈਰਖਾ ਦਵੈਸ਼ ਭਾਵਨਾ ਤੇਰੇ ਮਨ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇੱਕੇ ਚੀਜ਼ ਟਿਕੇਗੀ। ਸਾਥ ਨਾ ਲੀਜੈ ਕੋਈ ਦਾ ਮਤਲਬ ਆ ਵਿਕਾਰੀ ਜੀਵਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਨਾਲ ਨਾ ਰੱਖੀ। ਨਹੀਂ ਤਾਂ ਫਿਰ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਗੀਜਾ, ਰੋਣਾ ਧੋਣਾ ਬਣ ਕੇ ਰਹਿ ਜੂਗਾ। ਕਹੇ ਕੰਬੀਰ ਕੋ ਸੰਗ ਨਾ ਸਾਥ। ਹੁਣ ਇਹ ਸੰਗੀ ਸਾਥੀ ਨਹੀਂ ਹੈਗੇ ਜਿਹੜੇ ਉੱਪਰ ਸਾਰੀ ਆਪਾਂ ਗੱਲਬਾਤ ਕਰ ਆਏ ਹਾਂ। ਅਵਗੁਣਾਂ ਦੀ ਜੰਜੀਰਾਂ ਗਲ ਦੇ ਵਿੱਚ ਪੈ ਗਈਆਂ ਸੀ। ਜਲ ਥਲ ਰੱਖਣ ਹੈ ਰਘੁਨਾਥ, ਪਾਣੀ ਤੇ ਧਰਤੀ ਹਰ ਥਾਂ ਇੱਕ ਪਰਮਾਤਮਾ ਰੱਖਣ ਯੋਗ ਹੈ। ਜਲ ਥਲ ਰੱਖਣ ਹੈ ਰਘੁਨਾਥ। ਹੁਣ ਇਹ ਜੀਵਨ ਹੈ ਨਾ ਜਿਹੜਾ ਇੰਨਾ ਸਹਿਜ ਅਵਸਥਾ ਦੇ ਵਿੱਚ ਟਿਕ ਗਿਆ, ਜੀਵਨ ਚੰਗਾ ਬਣ ਗਿਆ। ਗੁਰ ਮਿਲ ਚੱਜ ਚਾਰ ਸਿੱਖ, ਗੁਰ ਕਾ ਸ਼ਬਦ ਬਣਾਵੋ ਇਹ ਮਨ। ਹੁਣ ਗੁਰੂ ਵਾਲੇ ਰਸਤੇ ਦੇ ਉੱਪਰ ਚੱਲਣਾ ਸ਼ੁਰੂ ਕਰ ਦਿੱਤਾ, ਜੀਵਨ ਗੁਰੂ ਦੇ ਅਨੁਸਾਰ ਹੀ ਬਣ ਗਿਆ। ਤੇ ਹੁਣ ਜਲ ਥਲ ਰੱਖਣ ਹੈ ਰਘੁਨਾਥ। ਹੁਣ ਉਹ ਆਪ ਰੱਖਿਆ ਕਰ ਰਿਹਾ ਇਸ ਸਾਰੇ ਜੀਵਨ ਦੀ। ਜਿਹੜਾ ਆ ਜਲ ਥਲ ਪਾਣੀ ਤੇ ਧਰਤੀ ਦੇ ਉੱਤੇ ਹਰ ਜੀਵ ਦੀ ਰੱਖਿਆ ਕਰਦਾ ਨਾ, ਸਾਰਿਆਂ ਨੂੰ ਪੈਦਾ ਕੀਤਾ ਹੋਇਆ, ਉਹ ਹੁਣ ਇਹ ਜੀਵਨ ਦੇ ਵਿੱਚ ਬੈਠ ਕੇ ਇਹਦੀ ਵੀ ਰੱਖਿਆ ਕਰ ਰਿਹਾ। ਜਲ ਥਲ ਰੱਖਣਾ ਹੈ ਰਘੁਨਾਥ। ਇਹ ਆਪਾਂ ਪੂਰੇ ਸ਼ਬਦ ਦੀ ਵਿਆਖਿਆ ਕੀਤੀ ਆ। ਜੇ ਵਿਆਖਿਆ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਸ਼ੇਅਰ ਤੇ ਲਾਈਕ ਆਪਣੀ ਵੀਡੀਓ ਜ਼ਰੂਰ ਕਰ ਦਿਓ। ਜਿੱਥੇ ਕੋਈ ਗਲਤੀ ਲੱਗਦੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਣ ਦੀ ਜ਼ਰੂਰ ਖੇਚਲਾ ਕਰਿਓ, ਕਿਉਂਕਿ ਗੁਰਬਾਣੀ ਦੀ ਵਿਆਖਿਆ ਹਰ ਇੱਕ ਬੰਦਾ ਆਪਣੀ ਆਪਣੀ ਕਰਦਾ। ਇਹ ਨਹੀਂ ਕਿ ਜੋ ਇਹ ਗੁਰਬਾਣੀ ਦੀ ਵਿਆਖਿਆ ਹੋ ਗਈ ਇਹੀ ਕੋਈ ਸੱਚ ਹੈ, ਇਹ ਤੋਂ ਅੱਗੇ ਕੋਈ ਵਿਆਖਿਆ ਨਹੀਂ ਹੋ ਸਕਦੀ। ਹੋਰ ਬੜਾ ਕੁਛ ਹੈ, ਇਹ ਤੋਂ ਅੱਗੇ ਵੀ ਕੋਈ ਵਧੀਆ ਵਿਆਖਿਆ ਹੋ ਸਕਦੀ ਆ। ਪਰ ਮੈਂ ਸੋਚਦਾ ਕਿ ਕਹਾਣੀਆਂ ਦੇ ਨਾਲ ਜੋੜ ਕੇ, ਆਪਾਂ ਸਾਖੀਆਂ ਦੇ ਨਾਲ ਜੋੜ ਕੇ ਸ਼ਬਦਾਂ ਨੂੰ ਸਮਝਣ ਦੀ ਥਾਂ ਗੁਰਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹੀਏ। ਆਪਣਾ ਚੈਨਲ ਗੁਰਮਤਿ ਗਿਆਨ ਰੇਡੀਓ ਸਬਸਕ੍ਰਾਈਬ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।